हाँ जी, सत श्री अकाल जी साਰਿਆਂ ਨੂੰ ਵੈਲਕਮ ਬੈਕ ਟੂ ਦੀ ਚੈਨਲ। ਸੋ ਬਿਫੋਰ ਸਟਾਰਟਿੰਗ ਮੈਂ ਰਿਕੁਐਸਟ ਕਰਾਂਗੀ ਕਿ ਪਲੀਜ਼ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਣੀ 5994 ਈਟੀਟੀ ਪੋਸਟਸ ਦੇ ਲਈ ਜੋ ਆਪਣੀ ਸਾਇੰਸ ਦੀ ਸੀਰੀਜ਼ ਚੱਲ ਰਹੀ ਹੈ ਉਹਦੇ ਵਿੱਚ ਜੋ ਆਪਣਾ ਨੈਕਸਟ ਚੈਪਟਰ ਹੈ ਉਹ ਹੈ ਫਿਜ਼ਿਕਸ ਦਾ, ਦੈਟ ਇਜ਼ ਮੋਸ਼ਨ। ਤੇ ਆਪਾਂ ਮੋਸ਼ਨ ਦੇ ਬਾਰੇ ਅੱਜ ਗੱਲਬਾਤ ਕਰਾਂਗੇ। ਹੁਣ ਮੋਸ਼ਨ ਹੈ ਕੀ? ਮੋਸ਼ਨ ਅਗਰ ਆਪਾਂ ਗੱਲ ਕਰੀਏ ਉਹ ਹੈ ਚਾਲ। ਹਰੇਕ ਚੀਜ਼ ਆਪਣੀ ਇਸ ਅਰਥ ਦੇ ਉੱਤੇ ਆਪਣੀ ਇੱਕ ਚਾਲ 'ਚ ਚੱਲਦੀ ਹੈ, ਜਿਵੇਂ ਕਿ ਬਰਡਸ ਫਲਾਈ ਕਰਦੇ ਨੇ, ਫਿਸ਼ਿਸ ਸਵਿਮ ਕਰਦੀਆਂ ਨੇ, ਬਲੱਡ ਫਲੋ ਕਰ ਰਿਹਾ ਥਰੂ ਆਰਟਰੀਜ਼ ਐਂਡ ਵੀਨਸ, ਠੀਕ ਹੈ। ਐਟਮਸ, ਮੋਲੀਕਿਊਲਸ, ਪਲੈਨਟ, ਸਟਾਰਸ, ਹਰੇਕ ਚੀਜ਼ ਜੋ ਹੈ ਉਹ ਇੱਕ ਮੋਸ਼ਨ 'ਚ ਹੈ, ਠੀਕ ਹੈ। ਹੁਣ ਇਹ ਮੋਸ਼ਨ ਦਾ ਆਪਾਂ ਕੀ ਸਟੱਡੀ ਕਰਨਾ ਹੈ ਉਹਦੇ ਬਾਰੇ ਗੱਲ ਕਰਾਂਗੇ। ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਮੋਸ਼ਨ ਨੂੰ ਸਟੱਡੀ ਕਰਦੇ ਹਾਂ ਤਾਂ ਆਪਾਂ ਇੱਕ ਉਹਦੇ ਰੈਫਰੈਂਸ ਪੁਆਇੰਟ ਨੂੰ ਮੰਨ ਕੇ ਚੱਲਦੇ ਹਾਂ, ਠੀਕ ਹੈ। ਜਦੋਂ ਵੀ ਆਪਾਂ ਕਿਸੇ ਵੀ ਆਬਜੈਕਟ ਦੀ ਪੋਜੀਸ਼ਨ ਨੂੰ ਦੱਸਣਾ ਤਾਂ ਆਪਾਂ ਨੂੰ ਉਹਦਾ ਇੱਕ ਰੈਫਰੈਂਸ ਪੁਆਇੰਟ ਹੈ ਜਿਹੜਾ ਉਹ ਦੱਸਣਾ ਪਏਗਾ। therefore to describe the position of object we need to specify a reference point called the origin। means ਕਿ ਜਿਹੜਾ ਆਪਣਾ ਮੋਸ਼ਨ ਹੋਇਆ ਉਹ ਕਿੱਥੋਂ ਲੈ ਕੇ ਕਿੱਥੇ ਤੱਕ ਹੋਇਆ ਉਹਦੇ ਲਈ ਆਪਾਂ ਨੂੰ ਇੱਕ ਰੈਫਰੈਂਸ ਪੁਆਇੰਟ ਦੱਸਣਾ ਪੈਂਦਾ ਐਂਡ ਉਹ ਕਿੱਥੋਂ ਸਟਾਰਟ ਹੁੰਦਾ, ਕਿਹਨੂੰ ਮੰਨਦੇ ਆਪਾਂ ਰੈਫਰੈਂਸ ਪੁਆਇੰਟ? ਆਪਾਂ ਹਮੇਸ਼ਾ ਓਰੀਜਨ ਨੂੰ ਮੰਨਦੇ ਹਾਂ, ਮੀਨਸ ਕਿ ਜ਼ੀਰੋ ਤੋਂ ਮੰਨਦੇ ਹਾਂ, ਠੀਕ ਹੈ ਜੀ। ਨੈਕਸਟ ਹੈ ਆਪਾਂ ਜੋ ਪੜ੍ਹਨਾ ਉਹ ਹੈ ਮੋਸ਼ਨ ਅਲੋਂਗ ਸਟ੍ਰੇਟ ਲਾਈਨ। ਇੱਕ ਸਟ੍ਰੇਟ ਲਾਈਨ ਮਤਲਬ ਕਿ ਇੱਕ ਸਟ੍ਰੇਟ ਪਾਥ, ਜਿਵੇਂ ਦਾ ਆਪਾਂ ਨੂੰ ਫਿਗਰ 8.1 'ਚ ਦਿਖ ਰਿਹਾ, ਠੀਕ ਹੈ। ਐਵੇਂ ਦਾ ਸਟ੍ਰੇਟ ਪਾਥ ਹੈ ਜਿਹੜਾ ਉਹ ਸਟ੍ਰੇਟ ਪਾਥ ਦੇ ਵਿੱਚ ਜਿਹੜਾ ਮੋਸ਼ਨ ਹੈ ਉਹ ਕਿਵੇਂ ਹੁੰਦਾ ਹੈ, ਠੀਕ ਹੈ। ਇਹ ਆਪਣਾ ਇੱਕ ਸਟ੍ਰੇਟ ਪਾਥ ਹੈ, ਆਪਾਂ ਨੂੰ ਫਿਗਰ 'ਚ ਦਿਖਾਇਆ ਗਿਆ, ਠੀਕ ਹੈ। ਸਿੰਪਲੈਸਟ ਟਾਈਪ ਆਫ ਮੋਸ਼ਨ ਹੈ ਜਿਹੜਾ ਉਹ ਆਪਣਾ ਸਟ੍ਰੇਟ ਪਾਥ ਦੇ ਅੰਡਰ ਹੁੰਦਾ। ਕੰਸੀਡਰ ਕਰਦੇ ਹਾਂ, ਮੰਨ ਲਓ ਕਿ ਜਿਹੜਾ ਆਬਜੈਕਟ ਹੈ ਉਹ ਆਪਣਾ O ਤੋਂ ਓਰੀਜਨ ਤੋਂ ਆਪਣੀ ਜਿਹੜੀ ਜਰਨੀ ਆ ਉਹ ਸਟਾਰਟ ਕਰ ਰਹੇ ਆ ਐਂਡ ਡਿਫਰੈਂਟ ਟਾਈਮ ਇੰਟਰਵੈਲਸ ਤੇ ਉਹ C ਤੇ ਜਿਵੇਂ 25 ਕਿਲੋਮੀਟਰਸ ਕਵਰ ਕਰ ਲਏ, B ਤੇ 35 ਕਿਲੋਮੀਟਰਸ ਕਵਰ ਕਰ ਲਏ, ਠੀਕ ਹੈ। A ਤੇ ਆ ਕੇ ਉਹਨੇ 60 ਕਿਲੋਮੀਟਰਸ ਕਵਰ ਕਰ ਲਏ। ਇਹ ਉਹਨੇ ਕੀ ਕਵਰ ਕੀਤਾ? ਇਹ ਉਹਨੇ ਕਵਰ ਕੀਤਾ ਡਿਸਟੈਂਸ। ਸੋ ਪਹਿਲੀ ਟਰਮ ਆਪਣੇ ਕੋਲ ਆਉਂਦੀ ਹੈ ਡਿਸਟੈਂਸ। ਨੈਕਸਟ ਇੱਕ ਟਰਮ ਆਉਂਦੀ ਹੈ ਆਪਣੇ ਕੋਲ ਡਿਸਪਲੇਸਮੈਂਟ। ਡਿਸਪਲੇਸਮੈਂਟ ਦਾ ਮਤਲਬ ਹੈ ਕਿ ਜਦੋਂ ਵੀ ਕੋਈ ਆਬਜੈਕਟ ਚੱਲ ਰਿਹਾ ਹੈ ਉਹ ਇੱਕ ਪਰਟੀਕੂਲਰ ਟਾਈਮ ਦੇ ਵਿੱਚ ਪਰਟੀਕੂਲਰ ਡਿਸਟੈਂਸ ਨੂੰ ਕਵਰ ਕਰ ਰਿਹਾ ਹੈ, ਉਹਨੂੰ ਕਹਿ ਦਿੰਦੇ ਹਾਂ ਆਪਾਂ ਡਿਸਪਲੇਸਮੈਂਟ, ਠੀਕ ਹੈ ਜੀ। ਹੁਣ ਅਗਰ ਆਪਾਂ ਗੱਲ ਕਰੀਏ, ਮੰਨ ਲਓ ਕਿ ਆਬਜੈਕਟ O ਤੋਂ ਚੱਲਿਆ A ਤੇ ਗਿਆ, ਬਟ ਫੇਰ ਤੋਂ ਹੁਣ O ਤੋਂ A ਤੱਕ ਉਹਨੇ ਡਿਸਟੈਂਸ ਕਿੰਨਾ ਕਵਰ ਕੀਤਾ? ਉਹਨੇ ਕਵਰ ਕੀਤਾ O ਤੋਂ A ਤੱਕ 60 ਕਿਲੋਮੀਟਰਸ। ਬਟ ਅਗਰ ਉਹ A ਤੋਂ ਵਾਪਿਸ ਜਾਵੇ O ਤੱਕ ਤਾਂ ਉਹ ਕਿੰਨਾ ਡਿਸਟੈਂਸ ਕਵਰ ਕਰੇਗਾ? ਤਾਂ ਉਹ ਜਿਹੜਾ ਡਿਸਟੈਂਸ ਕਵਰ ਕਰੇਗਾ ਉਹ ਫੇਰ ਤੋਂ ਇੱਕ ਵਾਰ O ਤੋਂ A ਤੱਕ ਆਉਣ ਵਾਲਾ 60 ਕਿਲੋਮੀਟਰਸ ਹੋ ਗਿਆ, ਠੀਕ ਹੈ। ਇੱਕ ਵਾਰ A ਤੋਂ ਵਾਪਿਸ ਜਾਣ ਵਾਲਾ 60 ਕਿਲੋਮੀਟਰਸ ਹੋ ਗਿਆ। ਮੀਨਸ ਕਿੰਨਾ ਕਵਰ ਕਰੇਗਾ? ਉਹ ਕਵਰ ਕਰੇਗਾ 120 ਕਿਲੋਮੀਟਰਸ। ਇਹ ਤਾਂ ਹੋ ਗਿਆ ਉਹਦਾ ਡਿਸਟੈਂਸ ਕਵਰ, ਟੋਟਲ ਡਿਸਟੈਂਸ ਕਵਰਡ। ਲੇਕਿਨ ਉਹਦੀ ਡਿਸਪਲੇਸਮੈਂਟ ਕੀ ਹੋਏਗੀ? ਡਿਸਪਲੇਸਮੈਂਟ ਹੋਏਗੀ ਜ਼ੀਰੋ। ਮਤਲਬ ਕਿ ਜਿੱਥੋਂ ਉਹਨੇ ਸਟਾਰਟ ਕੀਤਾ ਸੀ ਉੱਥੇ ਹੀ ਉਹ ਵਾਪਿਸ ਆ ਗਿਆ। ਤਾਂ ਐਵੇਂ ਦੇ ਮੋਸ਼ਨ ਦੇ ਵਿੱਚ ਜੋ ਡਿਸਪਲੇਸਮੈਂਟ ਹੁੰਦੀ ਹੈ ਉਹ ਆਪਣੀ ਹੋ ਜਾਂਦੀ ਹੈ ਜ਼ੀਰੋ, ਠੀਕ ਹੈ ਜੀ। ਸੋ ਜਿਹੜੀ ਡਿਸਪਲੇਸਮੈਂਟ ਹੈ ਉਹ ਕਿਸ ਚੀਜ਼ ਲਈ ਯੂਜ਼ ਹੁੰਦੀ ਹੈ? ਡਿਸਪਲੇਸਮੈਂਟ ਦੱਸਦੀ ਹੈ ਕਿ ਓਵਰਆਲ ਜੋ ਆਪਣਾ ਆਬਜੈਕਟ ਸੀਗਾ ਉਹਦਾ ਮੋਸ਼ਨ ਕਿਵੇਂ ਦਾ ਰਿਹਾ ਐਂਡ ਉਹਨੇ ਫਾਈਨਲ ਪੋਜੀਸ਼ਨ ਹੈ ਜਿਹੜੀ ਇੱਕ ਪਰਟੀਕੂਲਰ ਟਾਈਮ ਦੇ ਵਿੱਚ ਉਹਦੀ ਕੀ ਆਈ ਹੈ ਇਨ ਪਰਟੀਕੂਲਰ ਡਾਇਰੈਕਸ਼ਨ, ਉਹ ਹੋ ਜਾਂਦੀ ਹੈ ਡਿਸਪਲੇਸਮੈਂਟ। ਡਿਸਟੈਂਸ ਤਾਂ ਆ ਗਿਆ ਕਿ ਉਹਨੇ ਇੱਕ ਜਗ੍ਹਾ ਤੋਂ ਚੱਲ ਕੇ ਦੂਜੀ ਜਗ੍ਹਾ ਤੱਕ ਉਹਨੇ ਕਿੰਨੇ ਮੀਟਰ ਤੈਅ ਕੀਤੇ, ਕਿਲੋਮੀਟਰ ਤੈਅ ਕੀਤੇ, ਉਹ ਹੋ ਗਿਆ ਉਹਦਾ ਡਿਸਟੈਂਸ। ਡਿਸਪਲੇਸਮੈਂਟ ਹੁੰਦੀ ਹੈ ਕਿ ਓਰੀਜਨ ਵਿਦ ਰਿਸਪੈਕਟ ਟੂ ਓਰੀਜਨ, ਜਿੱਥੋਂ ਚੱਲਿਆ ਸੀ ਉੱਥੋਂ ਲੈ ਕੇ ਅੱਗੇ ਜਾ ਕੇ ਉਹ ਕਿਸ ਜਗ੍ਹਾ ਤੇ ਠਹਿਰਿਆ, ਉਹ ਹੋ ਜਾਂਦਾ ਉਹਦਾ ਡਿਸਪਲੇਸਮੈਂਟ। ਹੁਣ ਮੰਨ ਲਓ O ਤੋਂ A ਗਿਆ, A ਤੋਂ ਫਿਰ O ਤੇ ਗਿਆ ਆ ਗਿਆ, ਸੋ ਇਨੀਸ਼ੀਅਲ ਐਂਡ ਫਾਈਨਲ ਪੋਜੀਸ਼ਨ ਕੀ ਹੋਗੀ? O ਹੀ ਹੋਗੀ ਨਾ, ਮਤਲਬ ਡਿਸਪਲੇਸਮੈਂਟ ਕੀ ਹੋਗੀ? ਜ਼ੀਰੋ। ਨੈਕਸਟ ਕੰਸੈਪਟ ਹੈ ਜੋ ਆਪਣਾ ਇਹਦੇ ਵਿੱਚ ਉਹ ਆਉਂਦਾ ਹੈ ਮੋਸ਼ਨ ਦਾ, ਕਿ ਆਪਣੇ ਕੋਲ ਮੋਸ਼ਨ ਕਿੰਨੇ ਤਰ੍ਹਾਂ ਦਾ ਹੁੰਦਾ ਹੈ। ਮੋਸ਼ਨ ਹੈ ਜਿਹੜਾ ਆਪਣੇ ਕੋਲ ਦੋ ਤਰ੍ਹਾਂ ਦਾ ਹੁੰਦਾ ਹੈ, ਯੂਨੀਫਾਰਮ ਮੋਸ਼ਨ ਐਂਡ ਨॉन यूनिफॉर्म मोशन। कंसीडर करो कि कोई ऑब्जेक्ट है स्ट्रेट लाइन ते चल रहा, मूव कर रहा, ठीक है। फस्ट 5 मीटर वो ट्रैवल करता है इन फस्ट सैकेंड। पहले एक सैकेंड के 5 मीटर ट्रैवल कर रहा, दूजे सैकेंड के जाके भी वो 5 मीटर ट्रैवल कर रहा, तीजे दे भी 5 मीटर ट्रैवल कर रहा। मीनस कि हरेक सैकेंड के 5 मीटर ही ट्रैवल कर रहा ना, तो एवें दे मोशन नूं कह दिंदे आ यूनीफॉर्म मोशन। मीनस कि जदों कि कोई भी ऑब्जेक्ट इक्वल इंटरवैल ऑफ टाइम दे विच
ਇਕੁਅਲ ਡਿਸਟੈਂਸ ਤੈਅ ਕਰੇ ਉਹਨੂੰ ਕਹਿ ਦਿੰਦੇ ਆ ਯੂਨੀਫਾਰਮ ਮੋਸ਼ਨ। ਠੀਕ ਹੈ ਜੀ। ਉਸ ਤੋਂ ਬਾਅਦ ਨੈਕਸਟ ਆਪਣੇ ਕੋਲ ਆਉਂਦਾ ਹੈ ਨॉन यूनिफॉर्म मोशन। नॉन यूनिफॉर्म मोशन ਕੀ ਹੁੰਦਾ ਹੈ ਕਿ ਇੱਕ ਟਾਈਮ ਤੁਹਾਡਾ ਸੇਮ ਹੀ ਹੈ, ਇਕੁਅਲ ਇੰਟਰਵਲ, ਤੁਸੀਂ ਜੋ ਚੈੱਕ ਕਰ ਰਹੇ ਹੋ 1-1 ਸੈਕਿੰਡ ਦਾ ਮੰਨ ਲਓ ਕਿ ਕਰ ਰਹੇ ਹੋ, ਬਟ ਜਿਹੜਾ ਉਹ ਡਿਸਟੈਂਸ ਤੈਅ ਕਰ ਰਿਹਾ ਨਾ ਉਹ ਅਲੱਗ ਕਰ ਰਿਹਾ। ਮੰਨ ਲਓ ਕਿ ਪਹਿਲੇ 1 ਸੈਕਿੰਡ ਦੇ ਵਿੱਚ ਉਹ 2 ਮੀਟਰ ਜਾ ਰਿਹਾ, ਦੂਜੇ ਸੈਕਿੰਡ ਦੇ ਵਿੱਚ ਉਹ 4 ਮੀਟਰ ਜਾ ਰਿਹਾ, ਤੀਜੇ ਸੈਕਿੰਡ ਦੇ ਵਿੱਚ ਉਹ 5 ਮੀਟਰ ਜਾ ਰਿਹਾ। ਉਹ ਜਿਹੜਾ ਉਹਦਾ ਜਿਹੜਾ ਡਿਸਟੈਂਸ ਕਵਰਡ ਹੈ ਉਹ ਚੇਂਜ ਹੋ ਰਿਹਾ ਨਾ। ਤਾਂ ਜਿਸ ਮੋਸ਼ਨ ਦੇ ਵਿੱਚ ਟਾਈਮ ਆਪਾਂ ਟਾਈਮ ਇੰਟਰਵਲ ਇਕੁਅਲ ਲੈ ਰਹੇ ਹਾਂ ਤੇ ਜਿਹੜਾ ਡਿਸਟੈਂਸ ਹੈ ਉਹ ਅਨਇਕੁਅਲ ਟਰੈਵਲ ਹੋ ਰਿਹਾ, ਉਹਨੂੰ ਆਪਾਂ ਕਹਿ ਦਿੰਦੇ ਹਾਂ ਨॉन यूनिफॉर्म मोशन। एग्जाम्पल ਕੀ ਆ ਜਾਏਗੀ, ਕਰਾਊਡਡ ਸਟਰੀਟ ਦੇ ਉੱਤੇ ਕਾਰ ਮੂਵ ਕਰ ਰਹੀ ਹੈ, ਠੀਕ ਹੈ, ਟ੍ਰੈਫਿਕ ਬਹੁਤ ਹੈ ਐਂਡ ਤੁਹਾਡਾ ਟਰੈਵਲ ਕਰਨ ਦਾ ਜੋ ਟਾਈਮ ਹੈ ਉਹ ਕਦੇ ਘੱਟ ਲੱਗ ਰਿਹਾ, ਕਦੇ ਵੱਧ ਲੱਗ ਰਿਹਾ, ਕਾਰ ਕਦੇ ਫਾਸਟ ਜਾ ਰਹੀ ਹੈ, ਕਦੇ ਹੌਲੀ ਜਾ ਰਹੀ ਹੈ। ਠੀਕ ਹੈ, ਉਹ ਹੋ ਜਾਂਦਾ ਆਪਣਾ ਨॉन यूनिफॉर्म मोशन। ਨੈਕਸਟ ਹੈ ਜੀ, ਹੁਣ ਦੇਖੋ ਡਿਫਰੈਂਟ ਚੀਜ਼ਾਂ ਨਾ ਕਿਸੇ ਗਿਵਨ ਡਿਸਟੈਂਸ ਨੂੰ ਕਵਰ ਕਰਨ ਦੇ ਲਈ ਡਿਫਰੈਂਟ ਟਾਈਮ ਲੈਂਦੀਆਂ ਨੇ। ਕੁਛ ਚੀਜ਼ਾਂ ਫਾਸਟ ਮੂਵ ਕਰਦੀਆਂ ਨੇ, ਕੁਛ ਚੀਜ਼ਾਂ ਸਲੋਲੀ ਮੂਵ ਕਰਦੀਆਂ ਨੇ। ਠੀਕ ਹੈ, ਸੋ ਆਪਾਂ ਇਹਨੂੰ ਮੈਜਰ ਕਿਵੇਂ ਕਰਾਂਗੇ। ਹੁਣ ਦ ਵਨ ਆਫ ਦ ਵੇਜ਼ ਆਫ ਮੈਜਰਿੰਗ ਦਾ ਰੇਟ ਆਫ ਮੋਸ਼ਨ ਮੀਨਸ ਕੋਈ ਚੀਜ਼ ਕਿੰਨੀ ਫਾਸਟ ਜਾ ਰਹੀ ਹੈ, ਕਿੰਨੀ ਸਲੋ ਜਾ ਰਹੀ ਹੈ। ਠੀਕ ਹੈ, ਇਹਨੂੰ ਆਪਾਂ ਕਿਵੇਂ ਫਾਈਂਡ ਕਰਦੇ ਹਾਂ ਕਿ ਉਹਨੇ ਕਿਸੇ ਪਰਟੀਕੂਲਰ ਟਾਈਮ ਦੇ ਵਿੱਚ ਕਿੰਨਾ ਡਿਸਟੈਂਸ ਟਰੈਵਲ ਕੀਤਾ ਐਂਡ ਇਸ ਨੂੰ ਆਪਾਂ ਕੀ ਕਹਿ ਦਿੰਦੇ ਹਾਂ, ਸਪੀਡ। ਸੋ ਸਪੀਡ ਦੇ ਨਾਲ ਆਪਾਂ ਪਤਾ ਕਰ ਸਕਦੇ ਹਾਂ ਕਿ ਰੇਟ ਆਫ ਮੋਸ਼ਨ ਕਿਸੇ ਆਬਜੈਕਟ ਦਾ ਕੀ ਹੈ। ਸੋ ਨਾਓ ਸਪੀਡ, ਵਟ ਇਜ਼ ਸਪੀਡ? ਇਟ ਇਜ਼ ਟੋਟਲ ਡਿਸਟੈਂਸ ਟਰੈਵਲਡ, ਇਟ ਇਜ਼ ਡਿਸਟੈਂਸ ਅਪੋਨ ਟਾਈਮ, ਕਿ ਕਿੰਨੀ ਜਗ੍ਹਾ ਦੇ ਵਿੱਚ ਤੁਸੀਂ ਕਿੰਨਾ ਡਿਸਟੈਂਸ ਟਰੈਵਲ ਕੀਤਾ। ਸੋ ਡਿਸਟੈਂਸ ਦੀ ਯੂਨਿਟ ਕੀ ਲੈਂਦੇ ਆਪਾਂ, ਮੀਟਰ, ਐਂਡ ਟਾਈਮ ਦੀ ਕੀ ਲੈਂਦੇ ਆ, ਸੈਕਿੰਡ। ਸੋ ਇਹਦੀ ਯੂਨਿਟ ਕੀ ਆ ਜਾਏਗੀ, ਮੀਟਰ ਪਰ ਸੈਕਿੰਡ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਆਉਂਦਾ ਇੱਕ ਟਰਮ ਐਵਰੇਜ ਸਪੀਡ। ਮੰਨ ਲਓ ਕਿ ਤੁਸੀਂ ਕੋਈ ਲੌਂਗ ਡਿਸਟੈਂਸ ਟਰੈਵਲ ਕੀਤਾ, ਠੀਕ ਹੈ, ਉੱਥੇ ਤੁਹਾਡੀ ਸਪੀਡ ਕਦੇ ਘੱਟ ਰਹੀ ਹੈ, ਕਦੇ ਵੱਧ ਰਹੀ ਹੈ। ਠੀਕ ਹੈ, ਨॉन यूनिफॉर्म ਤੁਹਾਡਾ ਮੋਸ਼ਨ ਰਿਹਾ ਪਰ ਤੁਸੀਂ ਉੱਥੇ ਐਵਰੇਜ ਸਪੀਡ ਫਾਈਂਡ ਕਰਨੀ। ਮੰਨ ਲਓ ਤੁਸੀਂ ਇੱਥੋਂ ਦਿੱਲੀ ਗਏ ਹੋ, ਫਰੋਮ ਤੁਸੀਂ ਲੁਧਿਆਣਾ ਤੋਂ ਦਿੱਲੀ ਜਾ ਰਹੇ ਹੋ, ਰਸਤੇ 'ਚ ਤੁਸੀਂ ਕਦੇ ਬਹੁਤ ਹਾਈ ਸਪੀਡ 'ਤੇ ਜਾ ਰਹੇ ਹੋ 120 ਤੇ ਕਦੇ ਤੁਸੀਂ 60 ਤੇ ਜਾ ਰਹੇ ਹੋ ਇਨ ਕਰਾਊਡਡ ਏਰੀਆ। ਤਾਂ ਅਗਰ ਤੁਸੀਂ ਫਾਈਂਡ ਕਰਨੀ ਹੋਵੇ ਕਿ ਤੁਹਾਡੀ ਟੋਟਲ ਸਪੀਡ ਕਿੰਨੀ ਰਹੀ ਹੈ, ਐਵਰੇਜ ਸਪੀਡ ਕੀ ਰਹੀ ਹੈ ਥਰੂ ਆਊਟ ਜਰਨੀ, ਤਾਂ ਤੁਸੀਂ ਪਹਿਲਾਂ ਆਪਣਾ ਟੋਟਲ ਡਿਸਟੈਂਸ ਦੇਖੋਗੇ ਕਿ ਮੈਂ ਕਿੰਨਾ ਟਰੈਵਲ ਕੀਤਾ। ਠੀਕ ਹੈ, ਉਸ ਤੋਂ ਬਾਅਦ ਕਿ ਮੈਂ ਕਿੰਨਾ ਟਾਈਮ ਲਿਆ, ਤਾਂ ਉਹ ਆ ਜਾਏਗੀ ਤੁਹਾਡੀ ਐਵਰੇਜ ਸਪੀਡ। ਠੀਕ ਹੈ ਜੀ। ਇੱਕ ਐਗਜ਼ਾਮਪਲ ਸੋਲਵ ਕਰਦੇ ਹਾਂ। ਐਨ ਆਬਜੈਕਟ ਟਰੈਵਲ 16 ਮੀਟਰ ਇਨ 4 ਸੈਕਿੰਡ ਐਂਡ ਦੈਨ ਅਨਦਰ 16 ਮੀਟਰ ਇਨ 2 ਸੈਕਿੰਡ। ਹੁਣ ਇਹ ਮੋਸ਼ਨ ਕੀ ਹੋ ਗਿਆ, ਇਹ ਮੋਸ਼ਨ ਹੋ ਗਿਆ ਆਪਣਾ नॉन यूनिफॉर्म मोशन। ठीक है, व्हाट इज द एवरेज स्पीड ऑफ ऑब्जेक्ट। ਹੁਣ ਅਗਰ ਆਪਾਂ ਟੋਟਲ ਡਿਸਟੈਂਸ ਦੇਖੀਏ ਕੀ ਹੋ ਗਿਆ, 16 + 16 32 ਐਂਡ ਟੋਟਲ ਟਾਈਮ ਕਿੰਨਾ ਹੋ ਗਿਆ, 4 and 2 6। ਠੀਕ ਹੈ ਜੀ। ਸੋ 32 ਡਿਵਾਈਡਡ ਬਾਈ 6 ਆਪਣਾ ਐਵਰੇਜ ਸਪੀਡ ਆ ਜਾਏਗੀ 5.33 ਮੀਟਰ ਪਰ ਸੈਕਿੰਡ। ਨੈਕਸਟ ਆਉਂਦਾ ਹੈ ਸਪੀਡ ਆਫ ਡਾਇਰੈਕਸ਼ਨ, ਸਪੀਡ ਵਿਦ ਡਾਇਰੈਕਸ਼ਨ। ਕਹਿੰਦੇ ਆਪਣਾ ਰੇਟ ਆਫ ਮੋਸ਼ਨ ਦਾ ਆਪਾਂ ਨੂੰ ਅੰਦਾਜ਼ਾ ਵਧੀਆ ਤਰੀਕੇ ਨਾਲ ਲੱਗ ਸਕਦਾ, ਮੋਰ ਕੰਪਰੀਹੈਂਸਿਵ ਹੋ ਸਕਦਾ ਅਗਰ ਆਪਾਂ ਨੂੰ ਮੋਸ਼ਨ ਦੇ ਸਪੀਡ ਤੇ ਉਹਦੀ ਡਾਇਰੈਕਸ਼ਨ ਦਾ ਵੀ ਪਤਾ ਲੱਗ ਜੇ। ਠੀਕ ਹੈ, ਕਿ ਮੋਸ਼ਨ ਕਿਸ ਡਾਇਰੈਕਸ਼ਨ 'ਚ ਹੋ ਰਿਹਾ ਹੈ। ਤਾਂ ਐਵੇਂ ਦੇ ਟਰਮ ਨੂੰ ਆਪਾਂ ਕਹਿੰਦੇ ਹਾਂ ਵੈਲੋਸਿਟੀ। ਸੋ ਵੈਲੋਸਿਟੀ ਇੱਕ ਤਰੀਕੇ ਦੀ ਸਪੀਡ ਹੀ ਹੈ। ਸਪੀਡ ਤੇ ਵੈਲੋਸਿਟੀ 'ਚ ਫਰਕ ਸਿਰਫ ਇੱਕ ਹੈ ਕਿ ਜਿਹੜਾ ਵੈਲੋਸਿਟੀ ਹੈ ਉਹ ਆਪਾਂ ਲੈਂਦੇ ਹਾਂ ਕਿ ਆਬਜੈਕਟ ਜਦੋਂ ਕਿਸੇ ਪਰਟੀਕੂਲਰ ਡਾਇਰੈਕਸ਼ਨ 'ਚ ਮੂਵ ਕਰ ਰਿਹਾ ਹੈ, ਜਦੋਂ ਡਾਇਰੈਕਸ਼ਨ ਗਿਵਨ ਹੋ ਜਾਏਗੀ ਤਾਂ ਉਹ ਹੋ ਜਾਏਗੀ ਵੈਲੋਸਿਟੀ, ਐਲਸ ਉਹ ਸਪੀਡ ਹੀ ਹੈ। ਸੋ ਵੈਲੋਸਿਟੀ ਇਜ਼ ਦ ਸਪੀਡ ਆਫ ਐਨ ਆਬਜੈਕਟ ਮੂਵਿੰਗ ਇਨ ਏ ਡੈਫੀਨਿਟ ਡਾਇਰੈਕਸ਼ਨ। ਉਸ ਤੋਂ ਬਾਅਦ ਵੈਲੋਸਿਟੀ ਹੈ ਜਿਹੜੀ ਇਹ ਵੀ ਯੂਨੀਫਾਰਮ ਹੋ ਸਕਦੀ ਹੈ ਜਾਂ ਵੇਰੀਏਬਲ ਹੋ ਸਕਦੀ ਹੈ। ਆਪਾਂ ਵੈਲੋਸਿਟੀ ਨੂੰ ਕਿਸੇ ਆਬਜੈਕਟ ਦੀ ਵੈਲੋਸਿਟੀ ਨੂੰ ਕਿਵੇਂ ਚੇਂਜ ਕਰ ਸਕਦੇ ਹਾਂ। ਠੀਕ ਹੈ, ਯੂਨੀਫਾਰਮ ਕਿਵੇਂ ਹੋਏਗੀ ਕਿ ਉਹ ਇਕੁਅਲ ਇੰਟਰਵਲ ਦੇ ਵਿੱਚ ਇਕੁਅਲ ਅਮਾਊਂਟ ਦੇ ਨਾਲ ਜਿਹੜੀ ਆਪਣੀ ਸਪੀਡ ਆ ਉਹ ਚੇਂਜ ਕਰ ਰਿਹਾ ਹੈ ਨਾ। ਵੇਰੀਏਬਲ ਹੋ ਜਾਏਗਾ ਕਿ ਘੱਟ ਵੱਧ ਕਰ ਰਿਹਾ। ਕਿਵੇਂ ਚੇਂਜ ਕਰ ਸਕਦੇ ਹਾਂ ਆਪਾਂ ਵੈਲੋਸਿਟੀ ਨੂੰ, ਵੇਰੀਏਬਲ ਕਿਵੇਂ ਆ ਉਹ ਕਿ ਅਗਰ ਆਪਾਂ ਆਬਜੈਕਟ ਦੀ ਸਪੀਡ ਘਟਾ ਦਈਏ ਵਧਾ ਦਈਏ ਵੈਲੋਸਿਟੀ ਚੇਂਜ ਹੋ ਜਾਏਗੀ, ਜਾਂ ਫਿਰ ਆਪਾਂ ਕੀ ਕਰ ਦਈਏ ਡਾਇਰੈਕਸ਼ਨ ਨੂੰ ਚੇਂਜ ਕਰ ਦਈਏ। ਠੀਕ ਹੈ ਜੀ। ਨੈਕਸਟ ਆਪਣੇ ਕੋਲ ਹੁਣ ਐਵਰੇਜ ਸਪੀਡ ਦੇਖੀ ਸੀ ਤਾਂ ਆਪਣੇ ਕੋਲ ਇੱਕ ਨਵੀਂ ਟਰਮ ਆਏਗੀ ਐਵਰੇਜ ਵੈਲੋਸਿਟੀ। ਐਵਰੇਜ ਵੈਲੋਸਿਟੀ ਕਹਿੰਦਾ ਕਿ ਕਿਸੇ ਆਬਜੈਕਟ ਦੀ ਸਟਾਰਟਿੰਗ ਦੇ ਵਿੱਚ ਵੈਲੋਸਿਟੀ ਕਿੰਨੀ ਸੀ, ਇਨੀਸ਼ੀਅਲ ਵੈਲੋਸਿਟੀ ਜਦੋਂ ਉਹ ਤੁਰਨ ਲੱਗਿਆ। ਨੈਕਸਟ ਫਾਈਨਲ ਵੈਲੋਸਿਟੀ ਜਦੋਂ ਉਹ ਐਂਡ ਤੇ ਸੀਗਾ, ਠੀਕ ਹੈ, ਉਦੋਂ ਦੀ ਵੈਲੋਸਿਟੀ ਕਿੰਨੀ ਸੀ ਡਿਵਾਈਡਡ ਬਾਈ 2।
ਇਹਦੀ ਵੀ ਸੋ ਇਨੀਸ਼ੀਅਲ ਵੈਲੋਸਿਟੀ ਆਪਾਂ ਲੈਂਦੇ ਆ ਵਿਦ u, ਫਾਈਨਲ ਵੈਲੋਸਿਟੀ ਲੈਂਦੇ ਆਪਾਂ ਵਿਦ v। ਸੋ ਇਹ ਆ ਜਾਏਗਾ ਐਵਰੇਜ ਵੈਲੋਸਿਟੀ ਇਜ਼ u plus v by 2 ਐਂਡ ਇਹਦੀ ਵੀ यूनिट ਕੀ ਆएगी अपने को मीटर पर सेकंड। नैक्सट अपने को जो टर्म है वो है रेट ऑफ चेंज ऑफ वेलोसिटी कि जी वेलोसिटी है वो जो चेंज होंगी है आप देखा कि वो अपने को नॉन वेरीएबल भी सॉरी वेरीएबल भी होंगी है ना, वेलोसिटी भी चेंज होती रहती है। हुण जे तां अपने को मोशन होवे यूनीफॉर्म मतलब इक्वल टाइम च इक्वल डिस्टेंस कवर हो रहा है तो वेलोसिटी तो कॉन्सटेंट रहूगी। बट बाय चांस अपने को नॉन यूनीफॉर्म मोशन आ जाए, ठीक है, कि अपना जिहड़ा वेलोसिटी है वो वेरी कर रही है टाइम दे नाल, तां उदों आपां की करांगे। हुण वेरी तो कर रही है नॉन यूनीफॉर्म दे विच, तां ओह किन्ने रेट दे नाल वेरी कर रही है उहनूं आपां मैशर करदे हां एक टर्म दे नाल जिसनूं आपां कहंदे हां एक्सेलरेशन। ठीक है जी, एक्सेलरेशन दसदा है कि एक पर्टिकुलर टाइम दे विच अपनी वेलोसिटी च किन्ना चेंज आया, मतलब कि फाइनल वेलोसिटी v है, इनीशियल वेलोसिटी u है, इन्हां दोवां दे विच किन्ना चेंज आया डिफरेंस नाल कड्डांगे इन पर्टिकुलर टाइम। तो इसनूं आपां कह दिंदे हां कि अपना मोशन की हो गया जो अपनी वेलोसिटी चेंज हो रही है, तो आपां अपने मोशन नूं कह दिंदे हां एक्सेलरेटेड मोशन। एंड यही एक्सेलरेटेड मोशन है जिहड़ा ये पॉजिटिव भी हो सकता है जे तां इन द वेलोसिटी ऑफ डायरैक्शन लग रहा होवे, ठीक है, नैगेटिव भी हो सकता है जे ओपोजिट होवे, वो अगे देखांगे। एंड इहदी यूनिट क्या आएगी मीटर पर सेकंड स्क्वायर। ठीक है जी, क्योंकि मीटर पर सेकंड वेलोसिटी दी जे आपां देखिए तां वेलोसिटी दी की हुंदी है, वेलोसिटी दी हुंदी अपने कोल मीटर पर सेकंड, ये हो जाएगा मीटर पर सेकंड। ठीक है, एक नीचे सेकंड नीचे आ जाएगा तो ये जिहड़ा सेकंड है ये भी ऊपर जाके ऐड हो जाएगा एंड की बन जाएगा मीटर पर सेकंड स्क्वायर। हुण नैक्सट जिहड़ा एक्सेलरेटेड मोशन है ना, ये भी अपना दो तरह का हुंदा है, यूनीफॉर्मली एक्सेलरेटेड एंड नॉन यूनीफॉर्मली एक्सेलरेटेड। जे तां अपना ऑब्जेक्ट है जिहड़ा वो स्ट्रेट लाइन च मूव कर रहा, ठीक है, तो उहदी जिहड़ी वेलोसिटी है वो इक्वल इंटरवल्स ऑफ टाइम दे विच इक्वली ही इनक्रीज कर रही है या इक्वली ही डिक्रीज कर रही है, फिर तो अपना की हो जाता है वो एक्सेलरेटेड मोशन, वो भी यूनीफॉर्मली। मान लो कि कोई बॉडी है वो उपरों फ्रीली फॉल कर रही है, बिल्डिंग तो बॉल नीचे फॉल कर रही है, तो जिहड़ी उसकी ग्रेविटेशनल वैल्यू होगी वो एक पर्टिकुलर वे दे विच डिक्रीज करूगी। ठीक है, तो नैक्सट आ जाता अपने को नॉन यूनीफॉर्म मोशन। नॉन यूनीफॉर्म मोशन की हुंदा है कि जिहड़ी वेलोसिटी है वो चेंज तो कर रही है बट कदे वध चेंज हो रही है कदे घट चेंज हो रही है। ठीक है, वो हो जाता अपना नॉन यूनीफॉर्म मोशन। नैक्सट है अगर आपां अपने मोशन नूं ग्राफिकल वे दे विच रिप्रजेंट करना होवे तां आपां किवें करांगे। ठीक है, आपां अजकल की यूज़ करते हैं कि टू डिस्क्राइब द मोशन ऑफ ऑब्जेक्ट आपां यूज़ करते हैं लाइन ग्राफ्स। ठीक है, तो ये की होंगे कि एक फिजिकल क्वांटिटी दूसरे फिजिकल क्वांटिटी के उत्ते डिपेंड करती होंगी है, उन्होंने आप देखते हैं कि किमें होंगे। नंबर 1 इज डिस्टेंस टाइम ग्राफ। डिस्टेंस टाइम ग्राफ च आप की देखते हैं, हुण देखो की देख रहे हैं, आप नाम ही दस रहे डिस्टेंस ते टाइम। डिस्टेंस ते टाइम दस रहे कि ये आप देखते हैं चेंजिज इन द पोजीशन ऑफ ऑब्जेक्ट। ठीक है, हुण किवें करते हैं, पहला आप अपने एक्स एक्सिस के अराउंड लैने आप अपना टाइम। ठीक है, टाइम लेना एंड वाई एक्सिस के अलॉन्ग ले लें आप अपना डिस्टेंस। ये दिख रहा है इत्थे, आ देखो जी, ये आ गया अपना डिस्टेंस टाइम ग्राफ। डिस्टेंस हो गया अलॉन्ग वाई एक्सिस, ठीक है जी, एंड टाइम हो गया अराउंड एक्स एक्सिस। ठीक है जी, हुण आपां इस ग्राफ च देख रहे हैं कि पर्टिकुलर टाइम दे विच जिवें कि मान लो इत्थे सीगे 12 सेकंड्स, 12 सेकंड्स दे विच उहने 10 मीटर्स कवर किया है। ठीक है, फिर नैक्सट दे विच उहने फिर 10 कवर किया है, नैक्सट दे विच उहने फिर 10 कवर किया है। तो ये किहड़ा मोशन हो रहा अपना, ये मोशन हो रहा अपना यूनीफॉर्म मोशन। तो या फिर ऑब्जेक्ट किहड़े नाल मूव कर रहा है, यूनीफॉर्म स्पीड दे नाल मूव कर रहा है, इक्वल टाइम दे विच ओह इक्वल डिस्टेंस ही कवर कर रहा है। नैक्सट अगर आप नॉन यूनीफॉर्म मोशन की गल करिए तो जो अपना ग्राफ होएगा वो कुछ इस तरह होएगा, वो एक्स एक्सिस वाई एक्सिस सेम रहेंगे कि अनइक्वल टाइम दे विच अनइक्वल डिस्टेंस। इत्थे देख लो वो सिर्फ इन्ना डिस्टेंस कवर कर रहे हैं एंड ये वाले 2 सेकंड्स दे विच वो इन्ना ज़्यादा कवर कर रहे हैं। सो ये मोशन किहड़ा हो गया, ये किहड़ी स्पीड होगी, नॉन यूनीफॉर्म स्पीड दे विच वो मूव कर रहे हैं। ठीक है जी, नैक्सट अपने कोल जो आंदा है वो है वेलोसिटी टाइम ग्राफ।
velocity and time graph। ਇਹਦੇ ਵਿੱਚ ਆਪਾਂ ਕੀ ਕਰਾਂਗੇ, ਸੋ ਡਿਸਟੈਂਸ ਟਾਈਮ ਆਪਾਂ ਨੂੰ ਕੀ ਦੱਸ ਰਿਹਾ ਸੀਗਾ, ਮੋਸ਼ਨ ਦੱਸ ਰਿਹਾ ਸੀਗਾ ਕਿ ਯੂਨੀਫਾਰਮ ਮੋਸ਼ਨ ਹੈ ਕਿ ਨਾਨ ਯੂਨੀਫਾਰਮ ਮੋਸ਼ਨ ਹੈ। ਠੀਕ ਹੈ, ਵੈਲੋਸਿਟੀ ਟਾਈਮ ਦੱਸੇਗਾ ਆਪਾਂ ਨੂੰ। ਇੱਕ ਸਾਈਡ ਆਪਾਂ ਲਵਾਂਗੇ ਵੈਲੋਸਿਟੀ, ਜਿੱਥੇ ਡਿਸਟੈਂਸ ਸੀ ਉੱਥੇ ਆ ਜਾਏਗਾ ਵੈਲੋਸਿਟੀ, ਤੇ ਨੀਚੇ ਆ ਜਾਏਗਾ ਆਪਣਾ ਟਾਈਮ। ਹੁਣ ਵੈਲੋਸਿਟੀ ਐਂਡ ਟਾਈਮ ਤੋਂ ਵੈਲੋਸਿਟੀ ਬਾਈ ਟਾਈਮ ਜਦੋਂ ਇੱਕ ਦੂਜੇ ਤੇ ਡਿਪੈਂਡ ਕਰਦੇ ਹੁੰਦੇ ਨੇ, ਆਪਣੇ ਕੋਲ ਕਿਹੜੀ ਟਰਮ ਨਿਕਲ ਕੇ ਆਉਂਦੀ ਹੈ, ਆਪਣੇ ਕੋਲ ਆਉਂਦੀ ਹੈ ਐਕਸਲਰੇਸ਼ਨ। ਠੀਕ ਹੈ, ਸੋ ਇਹ ਜੋ ਗ੍ਰਾਫ ਹੋਣਗੇ ਇਹ ਆਪਾਂ ਨੂੰ ਦੱਸਣਗੇ ਕਿ ਜਿਹੜਾ ਮੋਸ਼ਨ ਹੈ ਉਹ ਐਕਸਲਰੇਟਿਡ ਮੋਸ਼ਨ ਹੈ ਕਿ ਨਾਨ ਐਕਸਲਰੇਟਿਡ ਮੋਸ਼ਨ ਹੈ। ਠੀਕ ਹੈ ਜੀ, ਵੈਲੋਸਿਟੀ ਟਾਈਮ ਗ੍ਰਾਫ ਤੋਂ ਆਪਾਂ ਨੂੰ ਕੀ ਪਤਾ ਲੱਗੇਗਾ ਕਿ ਜਿਹੜਾ ਆਬਜੈਕਟ ਹੈ ਉਹ ਕਾਂਸਟੈਂਟ ਵੈਲੋਸਿਟੀ ਤੇ ਜਾ ਰਿਹਾ ਕਿ ਉਹ ਵੇਰੀਏਬਲ ਵੈਲੋਸਿਟੀ ਤੇ ਜਾ ਰਿਹਾ। ਠੀਕ ਹੈ ਜੀ, ਨੈਕਸਟ ਆਪਣੇ ਕੋਲ ਆਉਂਦਾ ਇਕੁਏਸ਼ਨਸ। ਇਹ ਸਿਰਫ ਤੁਹਾਨੂੰ ਇਕੁਏਸ਼ਨਸ ਨਾ ਪਤਾ ਹੋਣੀਆਂ ਚਾਹੀਦੀਆਂ ਨੇ, ਕੁਐਸਚਨਸ 'ਚ ਇੰਪਲੀਮੈਂਟ ਕਰਨੀਆਂ ਆਉਣਗੀਆਂ ਤੇ ਜ਼ਿਆਦਾ ਡਿਟੇਲ 'ਚ ਆਪਾਂ ਨੂੰ ਜਾਣ ਦੀ ਜ਼ਰੂਰਤ ਨਹੀਂ ਹੈ। ਪਹਿਲੀ ਇਕੁਏਸ਼ਨ ਹੈ v is equals to u plus at। v is final velocity, u is initial velocity, a is acceleration and t is time। next ਆਪਣੇ ਕੋਲ s is equals to ut plus half at square। s ਹੈਗਾ ਆਪਣਾ ਇੱਥੇ distance ਕਿੰਨਾ ਕਵਰ ਹੋਇਆ, u initial velocity, t time half, a ਆ ਗਿਆ acceleration, t ਆ ਗਿਆ ਫਿਰ ਤੋਂ time। नेक्स्ट है 2as, a acceleration, s आ गया distance, v initial velocity minus u square, I'm sorry v final velocity and u हो गया initial velocity। सो ये तीन इक्वेशनस ने ਜਿਹੜੀਆਂ ਆਪਾਂ ਨੂੰ ਕੁਐਸਚਨਸ ਦੇ ਵਿੱਚ ਇੰਪਲੀਮੈਂਟ ਕਰਨੀਆਂ ਪੈਣਗੀਆਂ, ਜਿਹਦੇ ਚੋਂ ਜਿਹੜੀ 8.5 ਵਾਲੀ ਹੈ v is equals to ut plus half at, ਇਹ ਆਪਾਂ ਨੂੰ ਦੱਸਦਾ ਵੈਲੋਸਿਟੀ ਦਾ ਤੇ ਟਾਈਮ ਦਾ ਰਿਲੇਸ਼ਨ। ਠੀਕ ਹੈ, 8.6 s is equals to ut plus half at square, ਇਹ ਆਪਾਂ ਨੂੰ ਦੱਸਦਾ ਪੋਜੀਸ਼ਨ ਐਂਡ ਟਾਈਮ ਦਾ ਰਿਲੇਸ਼ਨ। ਠੀਕ ਹੈ, ਨੈਕਸਟ ਆਪਣੇ ਕੋਲ 8.7, ਇਹ ਹੈਗਾ v minus u square is equals to 2as, ਇਹ ਦੱਸਦਾ ਆਪਾਂ ਨੂੰ ਰਿਲੇਸ਼ਨ ਬਿਟਵੀਨ ਪੋਜੀਸ਼ਨ ਐਂਡ ਵੈਲੋਸਿਟੀ। ਇਹ ਨੇ ਜਿਹੜੀਆਂ ਆਪਣੀਆਂ ਯੂਜ਼ ਹੋਣਗੀਆਂ ਸਮਵੇਅਰ ਇਨ ਆਰ ਕੁਐਸਚਨਸ 'ਚ। ਉਹ ਆਪਾਂ ਦੇਖਾਂਗੇ ਕਿ ਕਿਵੇਂ ਯੂਜ਼ ਹੁੰਦੀਆਂ ਨੇ, ਇੱਕ ਅੱਧੀ ਕੋਈ ਐਗਜ਼ਾਮਪਲ ਕਰਕੇ ਦੇਖਦੇ ਹਾਂ। ਇਹ ਇਹਨਾਂ ਦੀ ਡੈਰੀਵੇਸ਼ਨਸ ਆ ਗਈਆਂ ਜੋ ਕਿ ਆਪਾਂ ਨੂੰ ਕਰਨ ਦੀ ਜ਼ਰੂਰਤ ਨਹੀਂ ਹੈ। ਠੀਕ ਹੈ, ਜਿਵੇਂ ਕਿ ਆਪਣੇ ਕੋਲ ਇਕੁਏਸ਼ਨ ਹੈ, a train starting from rest attains a velocity of 72 किलोमीटर पर आवर। ਹੁਣ ਦੇਖੋ ਟ੍ਰੇਨ ਰੈਸਟ ਤੋਂ ਸਟਾਰਟ ਕਰ ਰਹੀ ਹੈ ਨਾ, ਤਾਂ ਮਤਲਬ ਕਿ ਉਹਦੀ u ਕਿੰਨੀ ਹੋ ਜਾਏਗੀ, ਇਨੀਸ਼ੀਅਲ ਉਹਦੀ ਵੈਲੋਸਿਟੀ ਕੋਈ ਹੈਗੀ ਹੈ ਨਹੀਂ, ਉਹ ਰੈਸਟ ਤੇ ਖੜੀ ਹੈ, ਮਤਲਬ ਕਿ ਉਹਦੀ ਵੈਲੋਸਿਟੀ ਉਸ ਟਾਈਮ ਕੀ ਹੈ 0। ਐਂਡ ਅਟੇਨਸ a velocity of 72 ਕਿਲੋਮੀਟਰ ਪਰ ਆਵਰ, ਮੀਨਸ ਉਹਦੀ v ਕਿੰਨੀ ਆ ਗਈ ਆਪਣੇ ਕੋਲ 72। ਹੁਣ ਇਹ ਵਾਲੀ ਜਿਹੜੀ ਵੈਲੋਸਿਟੀ ਆ ਉਹ ਕਿੰਨੇ ਟਾਈਮਸ 'ਚ ਅਟੇਨ ਕਰ ਰਹੀ ਹੈ, ਇਨ 5 ਮਿੰਟਸ। ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਦੇਖਿਆ ਕਿ ਟਾਈਮ ਆਪਾਂ ਲੈਣਾ ਸੈਕਿੰਡਸ 'ਚ, ਆਪਾਂ ਇਸ 5 ਮਿੰਟ ਨੂੰ ਸੈਕਿੰਡਸ 'ਚ ਕਨਵਰਟ ਕਰਾਂਗੇ। ਠੀਕ ਹੈ, ਨੈਕਸਟ ਹੈ ਐਜ਼ਿਊਮਿੰਗ ਡੈਟ ਕਿ ਆਪਣਾ ਜਿਹੜਾ ਐਕਸਲਰੇਸ਼ਨ ਹੈ ਉਹ ਯੂਨੀਫਾਰਮ ਹੈ। ਠੀਕ ਹੈ, ਮੀਨਸ ਵੈਲੋਸਿਟੀ ਜ਼ਿਆਦਾ ਚੇਂਜ ਨਹੀਂ ਹੋ ਰਹੀ ਹੈ। ਆਪਾਂ ਫਾਈਂਡ ਕਰਨੀ ਹੈ ਸਭ ਤੋਂ ਪਹਿਲਾਂ ਐਕਸਲਰੇਸ਼ਨ ਐਂਡ ਦੈਨ ਉਹਨੇ ਕਿੰਨਾ ਜਿਹੜਾ ਡਿਸਟੈਂਸ ਹੈ ਉਹ ਟਰੈਵਲ ਕੀਤਾ। 5 ਮਿੰਟਸ ਨੂੰ ਆਪਾਂ ਕਨਵਰਟ ਕੀਤਾ ਸੈਕਿੰਡਸ 'ਚ, ਮੀਨਸ ਕਿ 5 into 60। ਠੀਕ ਹੈ, 5 into 60 ਕਰ ਦਾਂਗੇ ਤਾਂ ਆਪਣੇ ਕੀ ਆ ਜਾਣਗੇ ਸੈਕਿੰਡਸ ਆ ਜਾਣਗੇ। ਹੁਣ ਦੇਖੋ ਡਿਸਟੈਂਸ ਆਪਾਂ ਫਾਈਂਡ ਕਰਨਾ, ਸੋ ਆਪਣੇ ਕੋਲ ਇੱਕ ਸਿੰਪਲ ਵਾਲੀ ਕਿਹੜੀ ਬਚਦੀ ਆ, ਕਿਹੜੀ ਇਕੁਏਸ਼ਨ ਆਪਾਂ ਯੂਜ਼ ਕਰਾਂਗੇ, v is equals to u plus 80। ਇਹ ਵਾਲੀ ਇਕੁਏਸ਼ਨ ਆਪਾਂ ਯੂਜ਼ ਕਰਾਂਗੇ। ਹੁਣ ਐਕਸਲਰੇਸ਼ਨ ਹੀ ਫਾਈਂਡ ਕਰਨੀ ਹੈ। ਦੇਖੋ ਫਾਈਨਲ ਵੈਲੋਸਿਟੀ ਆਪਾਂ ਨੂੰ ਪਤਾ ਕਿੰਨੀ ਹੈ 72, ਇਹਨੂੰ ਵੀ ਆਪਾਂ ਮੀਟਰ ਪਰ ਸੈਕਿੰਡ 'ਚ ਕਨਵਰਟ ਕੀਤਾ। ਠੀਕ ਹੈ, ਕਿਲੋਮੀਟਰ ਦੇ ਲਈ 72 ਨੂੰ ਇੰਟੂ 1000 ਕਰੋ ਤੁਸੀਂ, 72 ਨੂੰ ਇੰਟੂ 1000 ਤਾਂ ਉਹ ਕਿਹਦੇ 'ਚ ਕਨਵਰਟ ਹੋ ਜਾਏਗਾ, ਤਾਂ ਉਹ ਕਨਵਰਟ ਹੋ ਜਾਏਗਾ ਇਨ ਮੀਟਰਸ ਐਂਡ ਪਰ ਸੈਕਿੰਡ ਹੈ, ਤਾਂ ਇਹਨੂੰ ਆਪਾਂ ਡਿਵਾਈਡ ਕਰਾਂਗੇ ਸਿੱਧਾ ਸਿੱਧਾ 3600 ਦੇ ਨਾਲ, ਕਿਉਂਕਿ 1 ਘੰਟੇ 'ਚ ਕਿੰਨੇ ਸੈਕਿੰਡਸ ਹੁੰਦੇ ਨੇ 36। ਠੀਕ ਹੈ, ਤਾਂ ਇੱਥੋਂ ਆਪਣੇ ਕੋਲ ਵੈਲਿਊ ਆ ਜਾਏਗੀ 20 ਮੀਟਰ ਪਰ ਸੈਕਿੰਡ। ਇਹ ਤੁਸੀਂ ਯਾਦ ਰੱਖਣਾ ਕਿ ਜੋ ਵੀ ਹੈ ਨਾ ਇਕੁਏਸ਼ਨਸ ਦੇ ਵਿੱਚ ਆਪਾਂ ਵੈਲਿਊਜ਼ ਲੈਣੀਆਂ ਨੇ ਉਹ ਆਪਾਂ ਹਮੇਸ਼ਾ ਮੀਟਰ ਪਰ ਸੈਕਿੰਡ ਵਾਲੀਆਂ ਹੀ ਲੈਣੀਆਂ ਨੇ। ਟਾਈਮ ਹਮੇਸ਼ਾ ਸੈਕਿੰਡ 'ਚ ਲੈਣਾ ਤੇ ਡਿਸਟੈਂਸ ਹਮੇਸ਼ਾ ਆਪਾਂ ਮੀਟਰ 'ਚ ਲੈਣਾ। ਸੋ ਆਪਾਂ ਇਹਦੇ 'ਚ ਵੈਲਿਊ ਪੁੱਟ ਕੀਤੀ, ਫਾਈਨਲ ਵੈਲੋਸਿਟੀ ਆਪਣੇ ਕੋਲ ਕੀ ਸੀ 20, ਇਨੀਸ਼ੀਅਲ ਵੈਲੋਸਿਟੀ 0, ਐਕਸਲਰੇਸ਼ਨ ਫਾਈਂਡ ਕਰਨੀ ਹੈ, ਟਾਈਮ ਆਪਣੇ ਕੋਲ 300 ਸੈਕਿੰਡਸ ਹੈਗਾ, ਆਪਣਾ ਆਂਸਰ ਨਿਕਲ ਜਾਏਗਾ। ਨੈਕਸਟ ਆਪਾਂ ਡਿਸਟੈਂਸ ਫਾਈਂਡ ਕਰਨਾ। ਹੁਣ ਐਕਸਲਰੇਸ਼ਨ ਹੈਗੀ ਆ, ਇਨੀਸ਼ੀਅਲ ਫਾਈਨਲ ਵੈਲੋਸਿਟੀਜ਼ ਹੈਗੀਆਂ ਨੇ, ਡਿਸਟੈਂਸ ਆਪਾਂ ਕੱਢ ਲਾਂਗੇ v square minus u square is equals to 2as ਇਸ ਇਕੁਏਸ਼ਨ ਦੇ ਨਾਲ।
ਨੈਕਸਟ ਕੁਐਸਚਨ ਹੈ ਜੀ, ਦ ਬ੍ਰੇਕ ਅਪਲਾਈ ਟੂ ਅ ਕਾਰ। ਦੇਖੋ ਕੋਈ ਕਾਰ ਟਰੈਵਲ ਕਰ ਰਹੀ ਸੀ ਤਾਂ ਹੀ ਤੁਸੀਂ ਉਹਦੇ ਤੇ ਬ੍ਰੇਕਸ ਲਗਾਓਗੇ, ਠੀਕ ਹੈ। ਕੋਈ ਕਾਰ ਟਰੈਵਲ ਕਰ ਰਹੀ ਸੀ, ਤੁਸੀਂ ਉਹਦੇ ਤੇ ਬ੍ਰੇਕ ਲਗਾਏ। ਪ੍ਰੋਡਿਊਸ ਐਨ ਐਕਸਲਰੇਸ਼ਨ ਆਫ 6 ਮੀਟਰ ਪਰ ਸੈਕਿੰਡ ਸਕੁਏਅਰ। ਕਿੰਨੀ ਐਕਸਲਰੇਸ਼ਨ ਪ੍ਰੋਡਿਊਸ ਕੀਤੀ? 6 ਮੀਟਰ ਪਰ ਸੈਕਿੰਡ ਸਕੁਏਅਰ। ਨਾਲ ਮਤਲਬ ਉਹਦੀ ਵੈਲੋਸਿਟੀ ਹੈ ਜਿਹੜੀ ਉਹ ਡਿਕਰੀਜ਼ ਹੋਈ ਹੈ। ਹੁਣ ਕਾਰ ਰੁਕ ਰਹੀ ਹੈ ਨਾ, ਤਾਂ ਇਸ ਐਕਸਲਰੇਸ਼ਨ ਨੂੰ ਆਪਾਂ ਲਵਾਂਗੇ ਮਾਈਨਸ 'ਚ, ਠੀਕ ਹੈ ਜੀ। ਇਫ ਦ ਕਾਰ ਟੇਕਸ 2 ਸੈਕਿੰਡਸ ਟੂ ਸਟਾਪ, ਕਾਰ ਕਿੰਨਾ ਟਾਈਮ ਲੈ ਰਹੀ ਹੈ? 2 ਸੈਕਿੰਡ ਲੈ ਰਹੀ ਹੈ। ਤਾਂ ਬ੍ਰੇਕ ਲਗਾਉਣ ਤੋਂ ਬਾਅਦ ਉਸਨੇ ਕਿੰਨਾ ਡਿਸਟੈਂਸ ਹੈ ਜਿਹੜਾ ਉਹ ਟਰੈਵਲ ਕੀਤਾ। ਹੁਣ ਦੇਖੋ, ਹੁਣ ਜਦੋਂ ਕਾਰ ਰੁਕੂਗੀ ਤਾਂ ਉਹਦੀ ਫਾਈਨਲ ਵੈਲੋਸਿਟੀ v ਕਿੰਨੀ ਹੋ ਜਾਏਗੀ? ਫਾਈਨਲ ਵੈਲੋਸਿਟੀ v ਕਿੰਨੀ ਹੋ ਜਾਏਗੀ? ਉਹਦੀ 0 ਹੋ ਜਾਏਗੀ। ਕਿੰਨੀ ਸਪੀਡ ਤੇ ਚੱਲ ਰਹੀ ਸੀ ਉਹ ਆਪਾਂ ਨੂੰ ਅਜੇ ਪਤਾ ਨਹੀਂ ਹੈਗਾ, ਸੋ u ਨੂੰ ਆਪਾਂ u ਹੀ ਲੈ ਕੇ ਚੱਲਾਂਗੇ। ਹੁਣ ਆਪਾਂ ਨੂੰ ਕੀ ਪਤਾ ਹੈ? ਐਕਸਲਰੇਸ਼ਨ ਇਜ਼ 6 ਮਾਈਨਸ 6, ਟਾਈਮ ਇਜ਼ 2, ਫਾਈਨਲ ਵੈਲੋਸਿਟੀ ਇਜ਼ 0। ਇੱਥੋਂ ਆਪਾਂ ਕੀ ਕੱਢ ਲਾਂਗੇ? ਇਨੀਸ਼ੀਅਲ ਵੈਲੋਸਿਟੀ, ਠੀਕ ਹੈ। v ਇਜ਼ ਇਕੁਅਲਸ ਟੂ u ਪਲਸ 80। ਇਨੀਸ਼ੀਅਲ ਵੈਲੋਸਿਟੀ ਆ ਗਈ 12 ਮੀਟਰ ਪਰ ਸੈਕਿੰਡ। ਹੁਣ ਆਪਾਂ ਕੀ ਫਾਈਂਡ ਕਰਨਾ? ਡਿਸਟੈਂਸ ਫਾਈਂਡ ਕਰਨਾ। ਹੁਣ ਆਪਣੇ ਕੋਲ ਟਾਈਮ ਹੈ, ਐਕਸਲਰੇਸ਼ਨ ਹੈ, u ਹੈ। ਆਪਾਂ ਕੀ ਕੱਢ ਲਾਂਗੇ? s ਇਜ਼ ਇਕੁਅਲਸ ਟੂ ut ਪਲਸ ਹਾਫ 80 ਸਕੁਏਅਰ ਵਾਲੀ ਆਪਾਂ ਲਗਾ ਦਾਂਗੇ, ਠੀਕ ਹੈ ਜੀ। ਐਂਡ ਆਪਣਾ ਆਂਸਰ ਆਇਆ 12 ਮੀਟਰ। ਮੀਨਸ ਕਿ ਬ੍ਰੇਕ ਲਗਾਉਣ ਤੋਂ ਬਾਅਦ ਜਿਹੜੀ ਕਾਰ ਹੈ 12 ਮੀਟਰ ਉਹ ਮੂਵ ਕਰੇਗੀ। ਨੈਕਸਟ ਆਪਣੇ ਕੋਲ ਆਉਂਦਾ ਹੈ, ਜੇਕਰ ਆਪਣਾ ਮੋਸ਼ਨ ਹੈ ਜਿਹੜਾ ਉਹ ਸਰਕੂਲਰ ਹੋਵੇ। ਜੇਕਰ ਆਪਣਾ ਮੋਸ਼ਨ ਹੈ ਉਹ ਸਰਕੂਲਰ ਹੋਵੇ। ਯੂਨੀਫਾਰਮ ਸਰਕੂਲਰ ਮੋਸ਼ਨ ਦੇ ਲਈ ਪਹਿਲਾਂ ਆਪਾਂ ਨੂੰ ਇਹਨਾਂ ਇੱਕ ਐਗਜ਼ਾਮਪਲ ਸਮਝਣੀ ਪਏਗੀ। ਮੰਨ ਲਓ ਕਿ ਇਹ ਇੱਕ ABCD ਇੱਕ ਪਾਥ ਹੈ, ਇਹਦੇ ਵਿੱਚ ਇੱਕ ਜਿਹੜਾ ਐਥਲੀਟ ਹੈ ਉਹ ਮੂਵ ਕਰ ਰਿਹਾ। ਹੁਣ ਜਦੋਂ ਮੂਵ ਕਰ ਰਿਹਾ, ਠੀਕ ਹੈ, ਉਹ ਆਪਣੀ ਇੱਕ ਵੈਲੋਸਿਟੀ ਦੇ ਨਾਲ, ਜਿਹਨੂੰ ਉਹ ਚੇਂਜ ਨਹੀਂ ਕਰ ਰਿਹਾ। ਹੁਣ ਜਦੋਂ ਉਹ A ਤੋਂ B ਜਾ ਰਿਹਾ, ਉਹਦੀ ਵੈਲੋਸਿਟੀ ਸੇਮ ਹੈ, ਬਟ ਇੱਥੇ ਆ ਕੇ B ਤੇ ਟਰਨ ਲੈ ਰਿਹਾ। ਫਿਰ ਸੇਮ ਵੈਲੋਸਿਟੀ C ਤੇ ਟਰਨ, ਫਿਰ ਸੇਮ ਵੈਲੋਸਿਟੀ D ਤੇ ਟਰਨ। ਤਾਂ ਉਹ ਕਿੰਨੇ ਟਰਨਸ ਲਏਗਾ? 4 ਟਰਨ ਲੈ ਰਿਹਾ। ਹੈਗਜ਼ਾਗਨਲ ਆ ਗਿਆ ਤਾਂ ਕਿੰਨੇ ਟਰਨ ਲਏਗਾ? 6 ਟਰਨਸ ਲਏਗਾ, ਬਟ ਉਹਦੀ ਵੈਲੋਸਿਟੀ ਸੇਮ ਹੈ, ਠੀਕ ਹੈ। ਆਕਟਾਗਨਲ ਆ ਗਿਆ, ਕਿੰਨੇ ਟਰਨਸ ਲਏਗਾ? 8 ਟਰਨ ਲਏਗਾ, ਵੈਲੋਸਿਟੀ ਸੇਮ ਹੈ। ਬਟ ਸਰਕੂਲਰ ਟਰੈਕ ਦੇ ਵਿੱਚ ਆਲਮੋਸਟ ਉਹ ਆਫਟਰ ਐਵਰੀ ਸਟੈਪ ਉਹ ਜਿਹੜੀ ਆਪਣੀ ਡਾਇਰੈਕਸ਼ਨ ਹੈ ਉਹ ਚੇਂਜ ਕਰ ਰਿਹਾ। ਤਾਂ ਹੁਣ ਆਪਾਂ ਦੇਖਿਆ ਸੀਗਾ ਕਿ ਰੇਟ ਆਫ ਚੇਂਜ ਆਫ ਵੈਲੋਸਿਟੀ ਕਿੰਨੀਆਂ ਚੀਜ਼ਾਂ ਤੇ ਡਿਪੈਂਡ ਕਰਦੀ ਹੈ। ਮੀਨਸ ਐਕਸਲਰੇਸ਼ਨ ਕਿੰਨੀਆਂ ਚੀਜ਼ਾਂ ਤੇ ਡਿਪੈਂਡ ਕਰਦੀ ਹੈ। ਨੰਬਰ 1 ਕਿ ਤੁਹਾਡੀ ਵੈਲੋਸਿਟੀ ਚੇਂਜ ਹੋ ਰਹੀ ਹੋਵੇ, ਠੀਕ ਹੈ। ਐਂਡ ਨੰਬਰ 2 ਇਜ਼ ਕਿ ਜੇ ਤੁਹਾਡੀ ਡਾਇਰੈਕਸ਼ਨ ਆਫ ਮੋਸ਼ਨ ਚੇਂਜ ਹੋ ਰਹੀ ਹੋਵੇ। ਹੁਣ ਇੱਥੇ ਦੇਖੋ ਵੈਲੋਸਿਟੀ ਸੇਮ ਹੈ, ਬਟ ਡਾਇਰੈਕਸ਼ਨ ਆਫ ਮੋਸ਼ਨ ਕੀ ਹੋ ਰਹੀ ਹੈ? ਐਟ ਐਵਰੀ ਸੈਕਿੰਡ ਚੇਂਜ ਹੋ ਰਹੀ ਹੈ ਨਾ। ਤਾਂ ਮੋਸ਼ਨ ਕੀ ਹੈ? ਮੋਸ਼ਨ ਯੂਨੀਫਾਰਮ ਹੀ ਚੱਲ ਰਹੀ ਹੈ। ਤਾਂ ਇਹ ਕੀ ਹੋ ਜਾਏਗਾ? ਇਹ ਹੋ ਜਾਏਗਾ ਆਪਣਾ ਦ ਮੋਸ਼ਨ ਆਫ ਐਥਲੀਟ ਮੂਵਿੰਗ ਅਲੋਂਗ ਅ ਸਰਕੂਲਰ ਪਾਥ ਇਜ਼ ਐਨ ਐਗਜ਼ਾਮਪਲ ਆਫ ਐਕਸਲਰੇਟਿਡ ਮੋਸ਼ਨ, ਬਿਕੋਜ਼ ਉਹਦੀ ਜੋ ਡਾਇਰੈਕਸ਼ਨ ਹੈ ਉਹ ਚੇਂਜ ਹੋ ਰਹੀ ਹੈ, ਉਦੋਂ ਵੈਲੋਸਿਟੀ ਸੇਮ ਹੈ। ਇਹ ਆਪਾਂ ਪੜ੍ਹਿਆ, ਠੀਕ ਹੈ। ਹੁਣ ਨੈਕਸਟ ਅਗਰ ਆਪਾਂ ਦੇਖੀਏ ਸਰਕੂਲਰ ਪਾਥ ਦੇ ਵਿੱਚ, ਹੁਣ ਸਰਕੂਲਰ ਪਾਥ ਦਾ ਪੈਰੀਮੀਟਰ ਕਿੰਨਾ ਹੈ? ਸਰਕਲ ਦਾ ਕਿੰਨਾ ਹੁੰਦਾ? 2πr। 2πr ਇੱਕ ਰਾਊਂਡ 'ਚ ਹੈ ਨਾ। ਉਹਦੀ ਸਪੀਡ ਕਿੰਨੀ ਆ ਜਾਏਗੀ? ਜਿੰਨਾ ਆਪਾਂ ਨੂੰ ਟਾਈਮ ਦਿੱਤਾ ਹੋਏਗਾ ਉਹਦੇ ਨਾਲ ਡਿਵਾਈਡ ਕਰ ਦਾਂਗੇ। ਸੋ ਵੈਨ ਐਨ ਆਬਜੈਕਟ ਮੂਵਜ਼ ਇਨ ਸਰਕੂਲਰ ਪਾਥ ਵਿਦ ਯੂਨੀਫਾਰਮ ਸਪੀਡ, ਇਟਸ ਮੋਸ਼ਨ ਇਜ਼ ਕਾਲਡ ਯੂਨੀਫਾਰਮ ਸਰਕੂਲਰ ਮੋਸ਼ਨ, ਬਿਕਾਜ਼ ਸਪੀਡ ਸੇਮ ਹੈ, ਡਾਇਰੈਕਸ਼ਨ ਚੇਂਜ ਹੋਈ ਜਾ ਰਹੀ ਹੈ। ਇਸ ਕਰਕੇ ਵਰਡ ਸਪੀਡ ਸੇਮ ਹੈ, ਇਸ ਕਰਕੇ ਯੂਨੀਫਾਰਮ, ਐਂਡ ਡਾਇਰੈਕਸ਼ਨ ਚੇਂਜ ਹੋਈ ਜਾ ਰਹੀ ਹੈ, ਇਸ ਕਰਕੇ ਐਕਸਲਰੇਟਿਡ ਫਾਰਮ ਆਪਾਂ ਯੂਜ਼ ਕਰ ਰਹੇ ਹਾਂ, ਠੀਕ ਹੈ ਜੀ। ਇਸੇ ਤਰ੍ਹਾਂ ਜਿਹੜੀ ਆਪਣੀ ਅਰਥ ਹੈ ਉਹ ਸਨ ਦੇ ਅਰਾਊਂਡ ਰਿਵੋਲਵ ਕਰਦੀ ਹੈ, ਠੀਕ ਹੈ। ਤਾਂ ਉਹਦਾ ਵੀ ਮੋਸ਼ਨ ਕੀ ਹੋ ਗਿਆ? ਯੂਨੀਫਾਰਮ ਐਕਸਲਰੇਟਿਡ ਮੋਸ਼ਨ। ਸੋ ਦਿਸ ਵਾਸ ਆਲ ਅਬਾਊਟ ਦਿਸ ਚੈਪਟਰ। ਹੁਣ ਨੈਕਸਟ ਵੀਡੀਓ ਦੇ ਵਿੱਚ ਆਪਾਂ ਇਸ ਚੈਪਟਰ ਦੇ ਕੁਛ MCQ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਸੋ ਸਟੇ ਟਿਊਨ ਵਿਦ ਦੀ ਚੈਨਲ। ਥੈਂਕ ਯੂ ਸੋ ਮਚ।